ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਵਿਸ਼ਵ ਵਿਆਪਕ ਹੈ। ਇਸ ਵਿੱਚੋਂ ਅਸੀਂ ਕੀ ਸਮਝਣਾ ਹੈ ਤੇ ਖਾਸ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਕਿਵੇਂ ਅਸੀਂ ਦੁਨੀਆ ਭਰ ਦੇ ਵਿੱਚ ਅਤੇ ਆਪਣੇ ਜੀਵਨ ਵਿੱਚ ਸ਼ਾਂਤੀ ਲਿਆ ਸਕਦੇ ਹਾਂ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਡਾਕਟਰ ਮਨਜੀਤ ਸਿੰਘ ਰੰਧਾਵਾ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਹਰ ਇੱਕ ਧਰਮ ਦੇ ਵਿੱਚ ਜੋ ਹੈ ਕੋਈ ਨਾ ਕੋਈ ਮੈਸੇਜ ਦਿੱਤਾ ਗਿਆ ਗ੍ਰੰਥਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਫਿਰ ਸਾਂਝੀਵਾਲਤਾ ਦਾ ਇੱਕ ਪ੍ਰਤੀਕ ਕਹਿੰਦੇ ਹੈਗੇ ਹਾਂ ਕਿ ਇੱਕ ਪਾਰਟਿਕੂਲਰ ਸੈਗਮੈਂਟ ਨੂੰ ਇਹ ਫੋਕਸ ਨਹੀਂ ਕਰਦਾ, ਸਾਰੀ ਮਾਨਵਤਾ ਵਾਸਤੇ ਹੈਗਾ। ਹਾਂਜੀ। ਸੋ ਇਸ ਤੋਂ ਅਸੀਂ ਕੀ ਸਿੱਖਣਾ ਜੀ, ਇਹਦੇ ਬਾਰੇ ਦੱਸੋ ਜੀ। ਦੇਖੋ ਜੀ, ਦੁਨੀਆ ਦੇ ਜਦੋਂ ਧਰਮਾਂ ਦੀ ਆਪਾਂ ਤੁਲਨਾਤਮਕ ਅਧਿਐਨ ਕੰਪੈਰੀਟਿਵ ਸਟੱਡੀ ਕਰਦੇ ਹਾਂ ਤਾਂ ਦੁਨੀਆ ਦੇ ਮੇਜਰ ਰਿਲੀਜਨ ਜਿਹੜੇ ਹੈਗੇ ਆ, ਕ੍ਰਿਸਚੀਅਨਿਟੀ ਜੀ, ਹਿੰਦੂਇਜ਼ਮ ਤੇ ਜੂਡਾਇਜ਼ਮ, ਯਹੂਦੀ ਧਰਮ ਜਿਹੜਾ ਮੁੱਢਲਾ ਧਰਮ ਹੈ, ਤੇ ਉਸ ਤੋਂ ਬਾਅਦ ਬੁੱਧ ਧਰਮ, ਜੈਨ ਮਤ ਜਿਹੜਾ, ਤੇ ਸਿੱਖ ਧਰਮ ਤੇ ਇਸਲਾਮ ਜੀ। ਸਾਰੇ ਧਰਮਾਂ ਦੇ ਆਪਣੀਆਂ ਆਪਣੀਆਂ ਰਹਿਬਰਾਂ ਦੀਆਂ ਕੁਝ ਲਿਖਤਾਂ ਹੁੰਦੀਆਂ, ਠੀਕ, ਆਪਣਾ ਆਪਣਾ ਉਹਨਾਂ ਦੀ ਪਰੰਪਰਾਵਾਂ ਹੁੰਦੀਆਂ, ਆਪਣੀ ਮਰਿਆਦਾ ਹੁੰਦੀ ਹੈ, ਔਰ ਆਪਣੀ ਹਰੇਕ ਕਲਚਰ ਦੀ ਰਹਿਣੀ ਬਹਿਣੀ ਉਹਦੇ ਮੁਤਾਬਕ ਹੁੰਦੀ ਹੈ, ਠੀਕ। ਤੇ ਦੁਨੀਆ ਦੇ ਸਾਰੇ ਧਰਮ ਗ੍ਰੰਥ ਹੈ, ਪਾਕ ਕੁਰਾਨ ਆ, ਪਵਿੱਤਰ ਪਾਕ ਕੁਰਾਨ ਤੇ ਬਾਈਬਲ ਤੇ ਬਾਕੀ ਜਿਹੜੇ ਟੋਰਾ ਗ੍ਰੰਥ ਜਿਹੜੇ ਹੈਗੇ ਆ ਉਹਨਾਂ ਦੇ ਯਹੂਦੀ ਧਰਮ ਦੇ ਗ੍ਰੰਥ ਆ, ਤੇ ਹਿੰਦੂ ਧਰਮ ਦੇ ਬਾਕੀ ਵੇਦ ਤੇ ਉਪਨਿਸ਼ਦਾਂ ਜਿਹੜੀਆਂ ਹੈਗੀਆਂ ਜੀ, ਤੇ ਰਮਾਇਣ, ਗੀਤਾ, ਇਹ ਸਾਰੇ ਜਿਹੜੇ ਜਿੰਨੇ ਵੀ ਧਰਮ ਗ੍ਰੰਥ ਆ, ਇਹਨਾਂ ਦੇ ਵਿੱਚ ਮਨੁੱਖ ਨੂੰ ਕੋਈ ਨਾ ਕੋਈ ਸੇਧ ਜ਼ਰੂਰ ਮਿਲਦੀ ਹੈ, ਠੀਕ। ਸਾਰਿਆਂ ਧਰਮਾਂ ਨੇ ਆਪਣੇ ਟਾਈਮ ਦੇ ਮੁਤਾਬਕ ਆਪਣੇ ਸਮੇਂ ਉੱਤੇ ਸਾਰੀ ਲੋਕਾਈ ਨੂੰ ਬਹੁਤ ਵਧੀਆ ਸੇਧ ਦੇਣ ਦਾ ਪੂਰਾ ਯਤਨ ਕੀਤਾ ਜੀ। ਇਹ ਵੱਖਰੀ ਗੱਲ ਹੈ ਕਿ ਮਨੁੱਖ ਨੇ ਉਹਦੇ ਉੱਤੇ ਅਮਲ ਕੀਤਾ ਜਾਂ ਨਹੀਂ ਕੀਤਾ, ਠੀਕ। ਉਹਦੇ ਵਿੱਚ ਧਰਮ ਗ੍ਰੰਥਾਂ ਦਾ ਕੋਈ ਕਸੂਰ ਨਹੀਂ। ਕਹੋ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਹਾਣੀ ਗੱਲ ਇਹ ਹੈ ਵੀ ਜਿਹੜਾ ਸਿੱਖ ਧਰਮ ਹੈ, ਅਸੀਂ ਮਾਡਰਨ ਧਰਮ ਕਹਿੰਦੇ ਹਾਂ। ਮਾਡਰਨ ਕੁਦਰਤੀ ਹੈ ਜਿਹੜਾ ਕਿ ਹਾਲੇ ਥੋੜ੍ਹਾ ਸਮਾਂ 550 ਸਾਲ ਹੋਇਆ ਹਾਲੇ ਜੀ, ਠੀਕ ਹੈ ਨਾ। ਤੇ ਜਿਹੜੇ ਯਹੂਦੀ ਧਰਮ ਆ ਉਹ 3500-3600 ਸਾਲ ਬੈਕ ਚੱਲ ਜਾਂਦੇ ਆਪਾਂ, ਠੀਕ। ਤੇ ਹਿੰਦੂ ਧਰਮ ਦੇ ਖੰਡਰ 5000 ਸਾਲ ਤੋਂ ਜ਼ਿਆਦਾ ਪੁਰਾਣੇ ਮਿਲਦੇ ਆ। ਬੁੱਧ ਧਰਮ ਵੀ ਉਹਦਾ ਇੱਕ ਅੰਗ ਸੀਗਾ। ਬੁੱਧ ਧਰਮ ਵੀ ਉਹਦੀਆਂ ਸਾਰੀਆਂ ਗੱਲਾਂ ਬਾਤਾਂ ਰਲਦੀਆਂ ਮਿਲਦੀਆਂ, ਥੋੜ੍ਹਾ ਮਾੜਾ ਫਰਕ ਹੁੰਦਾ। ਤੇ ਸਿੱਖ ਧਰਮ ਦਾ ਜਿਹੜਾ ਧਾਰਮਿਕ ਗ੍ਰੰਥ ਆ, ਮੇਨ ਚੀਜ਼ ਹੈ ਕਿ ਜਿਹੜਾ ਧਾਰਮਿਕ ਗ੍ਰੰਥ ਆ ਉਹ ਗੁਰੂਆਂ ਨੇ ਆਪਣੇ ਹੱਥੀਂ, ਗੁਰੂਆਂ ਨੇ ਆਪਣੀ ਰੇਖ ਦੇਖ ਵਿੱਚ, ਗੁਰੂਆਂ ਨੇ ਆਪਣਾ ਕਲਾਮ, ਆਪਣੀ ਬਾਣੀ, ਇਹਦੇ ਵਿੱਚ ਜਿਹੜੀ ਬਾਣੀ ਸੀ ਉਹ ਸਾਂਭ ਕੇ ਰੱਖੀ ਹੈ ਗੁਰੂ ਨਾਨਕ ਤੋਂ ਲੈ ਕੇ ਜੀ। ਔਰ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜੀ ਤੋਂ ਬੀੜ ਤਿਆਰ ਕੀਤੀ, ਕਰਤਾਰਪੁਰ ਵਾਲੀ ਬੀੜ, ਜਿਹਨੂੰ ਪਹਿਲੀ ਬੀੜ ਕਿਹਾ ਜਾਂਦਾ, ਆਦਿ ਗ੍ਰੰਥ ਕਿਹਾ ਜਾਂਦਾ, ਉਸ ਬੀੜ ਦੇ ਵਿੱਚ ਪਹਿਲੀ ਤਾਂ ਗੱਲ ਮਾਨਵਤਾ ਦਾ ਧਰਮ ਇਸ ਕਰਕੇ ਬਣ ਜਾਂਦਾ ਕਿ ਲੋਕਾਂ ਦੀ ਬੋਲੀ ਵਿੱਚ ਸੀਗਾ ਜੀ। ਉਸ ਵੇਲੇ ਜਿਹੜੇ ਸਾਰੇ ਹਿੰਦੁਸਤਾਨ ਦੀਆਂ ਬੋਲੀਆਂ ਸੀਗੀਆਂ ਉਹ ਵਰਤੀਆਂ ਵਿੱਚ, ਔਰ ਜਿਹੜੇ ਭਗਤ, ਜਿਨ੍ਹਾਂ ਦੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ 15 ਭਗਤ ਜੀ, ਉਹ ਕਿਸੇ ਇਕੱਲੇ ਪੰਜਾਬ ਦੇ ਨਹੀਂ ਸੀਗੇ, ਨਾ ਮਾਝੇ ਦੁਆਬੇ ਦੇ ਸੀਗੇ ਇਕੱਲੇ। ਉਹ ਤਾਂ ਯੂਪੀ, ਰਾਜਸਥਾਨ ਤੇ ਬੰਗਾਲ, ਭਗਤ ਜੈਦੇਵ ਜਿਹੜਾ ਬੰਗਾਲ ਦਾ ਹੋਇਆ ਜੀ, ਹਾਂਜੀ, ਉਹਨਾਂ ਨੇ ਸਾਰਾ ਮੁਲਕ ਕਵਰ ਕਰ ਦਿੱਤਾ ਬੋਲੀਆਂ ਦੇ ਮੁਤਾਬਕ, ਔਰ ਬਾਕੀ ਜਿਹੜੇ ਇਲਾਕਿਆਂ ਦੇ ਮੁਤਾਬਕ ਵੱਖ-ਵੱਖ ਇਲਾਕਿਆਂ ਦੇ ਭਗਤ ਸੀਗੇ। ਧੰਨਾ ਭਗਤ ਰਾਜਸਥਾਨ ਦਾ ਸੀਗਾ ਜੀ, ਔਰ ਉਹਨਾਂ ਭਗਤਾਂ ਦੀ ਬਾਣੀ ਨੂੰ ਬਿਨਾਂ ਕਿਸੇ ਸਿਫਾਰਿਸ਼ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਜੀ। ਇਹ ਬਾਣੀ ਗੁਰੂ ਨਾਨਕ ਦੇਵ ਜੀ ਆਪਣੀਆਂ 4 ਉਦਾਸੀਆਂ ਦੇ ਸਮੇਂ ਜਿੱਥੇ ਵੀ ਜਾਂਦੇ ਸੀਗੇ ਉੱਥੇ ਉਹਨਾਂ ਦੇ ਪੈਰੋਕਾਰਾਂ ਤੋਂ ਬਾਣੀ ਇਕੱਤਰ ਕਰਦੇ ਰਹੇ। ਜਿੱਥੇ ਵੀ ਉਹਨਾਂ ਨੂੰ ਸ਼ਬਦ ਮਿਲਿਆ, ਚੰਗਾ ਸ਼ਬਦ ਮਿਲਿਆ, ਰੱਬ ਦੇ ਨਾਂ ਦਾ, ਪ੍ਰੇਮਾ ਭਗਤੀ ਦਾ ਸ਼ਬਦ ਮਿਲਿਆ, ਉਹਨੇ ਆਪਣੇ ਨੋਟ ਕਰ ਲਿਆ। ਉਹਨਾਂ ਦੇ ਕੋਲ ਪੋਥੀ ਹੁੰਦੀ ਸੀ, ਉਹ ਪੋਥੀ ਗਾਂਹ ਤੋਂ ਗਾਂਹ ਆਪਣੇ ਗੁਰੂ ਸਾਹਿਬਾਨ ਦੇ ਕੋਲ ਆਉਂਦੀ ਰਹੀ, ਔਰ ਉਹ ਗੁਰੂ ਅਰਜਨ ਦੇਵ ਜੀ ਨੇ ਬੀੜ ਤਿਆਰ ਕਰਤੀ ਗੁਰੂ ਗ੍ਰੰਥ ਸਾਹਿਬ ਦੀ, ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ। ਔਰ ਉਹਦੇ ਵਿੱਚ 15 ਭਗਤਾਂ ਦੀ ਬਾਣੀ, 4 ਸਿੱਖਾਂ ਦੀ ਬਾਣੀ ਜੀ। 4 ਸਿੱਖ ਇਸ ਕਰਕੇ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਉਸ ਵੇਲੇ ਉਸਤਤ ਕੀਤੀ, ਉਸ ਵੇਲੇ ਸੀਗੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਨੇ। ਤੇ ਉਹਨਾਂ ਵਿੱਚੋਂ ਜਿਸ ਤਰ੍ਹਾਂ ਬਾਬਾ ਸੁੰਦਰ ਜੀ, ਮਰਦਾਨਾ ਜੀ, ਸੱਤਾ ਤੇ ਬਲਵੰਡ, 15 ਭਗਤ ਹੋਏ ਤੇ 11 ਭੱਟ ਹੋਏ ਜੀ। ਇਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, 6 ਗੁਰੂਆਂ ਦੀ ਬਾਣੀ ਦਰਜ ਹੈ, ਠੀਕ। ਔਰ ਮਾਨਵਤਾ ਦਾ ਗ੍ਰੰਥ ਜਿਹੜਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚ ਜਿਹੜਾ ਉਪਦੇਸ਼ ਹੈ, ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਵੀ ਉਹ ਹਿੰਦੂ ਮੱਠਾਂ 'ਤੇ ਗਏ, ਜੋਗੀਆਂ ਕੋਲ ਗਏ, ਬੋਧੀਆਂ ਕੋਲ ਗਏ, ਔਰ ਉਹਨਾਂ ਨੇ ਉਹ ਇਸਲਾਮ ਧਰਮ ਦੇ ਜਿਹੜਾ ਮੱਕਾ ਪਵਿੱਤਰ ਸਥਾਨ ਉਹਨਾਂ ਦਾ ਜੀ, ਉੱਥੇ ਵੀ ਗਏ। ਜਿੱਥੇ ਕਿੱਥੇ ਵੀ ਗਏ ਉਹ ਧਾਰਮਿਕ ਆਗੂਆਂ ਨੂੰ ਮਿਲੇ, ਸਧਾਰਨ ਤੋਂ ਸਧਾਰਨ ਮਨੁੱਖ ਦੇ ਸਵਾਲਾਂ ਦਾ ਉਹਨੇ ਜਵਾਬ ਦਿੱਤਾ। ਉਹਨਾਂ ਨੇ ਸਾਂਝਾ ਉਪਦੇਸ਼ ਦਿੱਤਾ ਕਿ ਤੇਰੇ ਰਸਤੇ ਵਿੱਚ ਰੁਕਾਵਟ ਕਿਹੜੀ ਹੈ ਜੀ। ਹਿੰਦੂ ਨੂੰ ਕਿਹਾ ਤੂੰ ਚੰਗਾ ਹਿੰਦੂ ਕਿਸ ਤਰ੍ਹਾਂ ਬਣ ਸਕਦਾ, ਠੀਕ।
ਮੁਸਲਮਾਨ ਨੂੰ ਕਹਦੇ ਚੰਗਾ ਮੁਸਲਮਾਨ ਕਿਸ ਤਰ੍ਹਾਂ ਬਣ ਸਕਦਾ। ਔਰ ਆਪਣੇ ਪੈਰੋਕਾਰ ਜਿਹੜੇ ਉਹਨਾਂ ਦੇ ਆਉਂਦੇ ਸੀਗੇ, ਜਿਹੜੇ ਉਹਨਾਂ ਦੀ ਸਿੱਖੀ ਧਾਰਨ ਕੀਤੀ ਜਿਨ੍ਹਾਂ ਨੇ ਜੀ, ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੇ ਕਿਸ ਤਰ੍ਹਾਂ ਬਣ ਸਕਦੇ, ਚੰਗੇ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹੋ। ਰਾਈਟ। ਸਭੇ ਸਾਂਝੀ ਬਾਲ ਸਦਾਇਨ ਕੋਈ ਨਾ ਦੱਸੇ ਬਾਹਰ ਜੀਓ, ਜੀ, ਹੈ ਨਾ। ਔਰ ਇੱਥੋਂ ਤੱਕ ਮਾਨਵਤਾ ਦਾ ਧਰਮ ਜਿਹੜਾ ਆ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਲਿਖਤਾਂ ਸੀ ਗੁਰੂ ਸਾਹਿਬ ਨੇ ਵਿੱਚ ਦਰਜ ਕੀਤੀਆਂ ਉਹ ਹੀ ਇੱਕ ਬਹੁਤ ਸੈਕੂਲਰਲਿਜ਼ਮ ਸੀਗਾ, ਇੱਕ ਸੈਕੂਲਰ ਚੀਜ਼ ਸੀਗੀ ਜੀ, ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ, ਜਾਤ ਪਾਤ ਰੰਗ ਲਿੰਗ ਕੋਈ ਗੋਤ ਐਰਾ ਵਗੈਰਾ ਜਾਂ ਰਿਸ਼ਤੇਦਾਰੀ ਨੂੰ ਪਹਿਲ ਨਹੀਂ ਦਿੱਤੀ, ਪ੍ਰੇਮਾ ਭਗਤੀ ਨੂੰ ਪਹਿਲ ਦਿੱਤੀ ਗਈ ਹੈ। ਠੀਕ। ਹਾਂਜੀ, ਉਹ ਸਾਰੀਆਂ ਜਿਹੜੀਆਂ ਲਿਖਤਾਂ ਵਿੱਚ ਦਰਜ ਕੀਤੀਆਂ ਗਈਆਂ ਸਾਰੀਆਂ ਬੋਲੀਆਂ ਨੂੰ ਪਹਿਲ ਦਿੱਤੀ। ਜੀ। ਟਰੰਪ ਜਾਂ ਹੋਰ ਜਾਂ ਜਿੰਨੇ ਪੱਛਮੀ ਵਿਦਵਾਨ ਹੋਏ ਆ, ਟੋਇਨਬੀ ਹੋਇਆ, ਮਕਾਲਫ ਹੋਇਆ, ਸਾਰਿਆਂ ਨੇ ਇਹਨਾਂ ਚੀਜ਼ਾਂ ਦੀ ਬੜੀ ਉਸਤਤ ਕੀਤੀ ਹੈ। ਰਾਈਟ। ਕਿ ਇਹ ਮਾਨਵਤਾ ਦਾ ਧਰਮ ਆ। ਜੇ ਅਸੀਂ ਕਹੀਏ ਅਸੀਂ ਸਾਡੇ ਇਕੱਲੇ ਸਿੱਖਾਂ ਦਾ ਗ੍ਰੰਥ ਆ, ਸਹੀ ਸਿੱਖ ਆ, ਸਾਡਾ ਤੇ ਗੁਰੂ ਆ, ਸਾਡੇ ਲਈ ਲਿਵਿੰਗ ਗੁਰੂ ਆ, ਪਰ ਸਾਰੀ ਦੁਨੀਆ ਨੂੰ ਸਾਂਝਾ ਉਪਦੇਸ਼ ਹੈ। ਰਾਈਟ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹਦੇ ਵਿੱਚ ਤਾਂ ਗੱਲ ਹੀ ਨਾਮ ਦੀ ਕੀਤੀ ਗਈ ਹੈ ਜੀ, ਗੱਲ ਹੀ ਕਿਰਤ ਕਮਾਈ ਦੀ ਕੀਤੀ ਗਈ ਹੈ। ਠੀਕ। ਸੱਚੀ ਕਿਰਤ ਕਮਾਈ ਕਿਹੜੀ ਆ? ਦੁਨਿਆਵੀ ਕਿਰਤ ਕਮਾਈ ਆਪਣੀ ਉਪਜੀਵਕਾ ਲਈ ਕਰਨੀ ਆ, ਗ੍ਰਸਤੀ ਜੀਵਨ ਬਿਤਾਉਣਾ, ਗ੍ਰਸਤ ਵਿੱਚ ਰਹਿਣਾ। ਜੀ। ਪਰ ਜੈਸੇ ਜਲ में कमल नरालु मुर्गाई निशाने ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਠੀਕ। ਗ੍ਰਸਤ ਵਿੱਚ ਰਹਿੰਦੇ ਹੋਏ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਔਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਾਡੇ ਜਿਹੜੇ ਮੁੱਢਲੇ ਜਿਸ ਤਰ੍ਹਾਂ ਸਲਾਮ ਦੇ 5 ਪਿਲਰਸ ਹੈਗੇ ਆ, ਜਾਕਾਤ ਆ, ਤੇ ਉਹਦੇ ਵਿੱਚ ਬਾਕੀ ਉਹਨਾਂ ਦੀ ਬਾਕੀ ਨਮਾਜ਼ ਪੜ੍ਹਨੀ ਜੀ, ਸਾਡੇ ਨਿਤਨੇਮ ਆ ਗਿਆ। ਸਾਰੇ ਧਰਮਾਂ ਦੇ ਵਿੱਚ ਰੱਬ ਦੀ ਉਸਤਤ ਕਰਨ ਲਈ ਨਿਯਮ ਬਣਾਏ ਗਏ। ਠੀਕ। ਉਹਨਾਂ ਨਿਯਮਾਂ ਨੂੰ ਫੋਲੋ ਕਰਨ ਵਾਲਾ ਇੱਕ ਸ਼ਰਧਾਲੂ, ਇੱਕ ਉਹਨਾਂ ਦਾ ਫੋਲੋਵਰ ਕਿਹਾ ਜਾਂਦਾ। ਇੱਕ ਸੱਚਾ ਮੁਸਲਮਾਨ ਜਿਹੜਾ ਉਹ ਕੁਰਾਨ ਤੋਂ ਸੇਧ ਲੈਂਦਾ। ਠੀਕ। ਇੱਕ ਸੱਚਾ ਜਿਹੜਾ ਹਿੰਦੂ ਆ ਉਹ ਗੀਤਾ ਤੋਂ, ਬਾਕੀ ਆਪਣੇ ਗ੍ਰੰਥਾਂ ਤੋਂ ਸੇਧ ਲੈਂਦਾ, ਆਪਣੇ ਇਤਿਹਾਸ ਤੋਂ ਸੇਧ ਲੈਂਦਾ। ਤੇ ਜਿਹੜਾ ਸੱਚਾ ਹਿੰਦੂ ਆ, ਸੱਚਾ ਸਿੱਖ ਆ, ਉਹ ਗੁਰੂ ਗ੍ਰੰਥ ਸਾਹਿਬ ਤੋਂ ਅਤੇ ਬਾਕੀ ਆਪਣੀ ਜੋ ਉਹਨਾਂ ਦੀ ਸਾਡੀ ਰਹਿਤ ਮਰਿਆਦਾ ਜਾਂ ਹੋਰ ਬਾਕੀ ਗ੍ਰੰਥ ਜਿਹੜੇ ਸਾਡੇ ਪ੍ਰਮਾਣਿਤ ਆ ਉਹਨਾਂ ਤੋਂ ਉਹ ਸੇਧ ਲੈਂਦਾ। ਮੇਨ ਸਾਡਾ ਪ੍ਰਾਇਮਰੀ ਸੋਰਸ ਜਿਹੜਾ ਗੁਰੂ ਗ੍ਰੰਥ ਸਾਹਿਬ ਆ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਗੁਰੂ ਹੁੰਦਾ ਉਹ ਸਾਰਿਆਂ ਲਈ ਸਰਬ ਸਾਂਝਾ ਹੁੰਦਾ। ਗੁਰੂ ਦਾ ਮਤਲਬ ਇਹ ਹਨੇਰੇ ਨੂੰ ਦੂਰ ਕਰਨ ਵਾਲਾ, ਸਾਰਿਆਂ ਨੂੰ ਸਿੱਖਿਆ ਦੇਣ ਵਾਲਾ। ਤੇ ਜਿਹੜੇ 10 ਗੁਰੂ ਸਾਹਿਬਾਨ ਹੋਏ ਇੱਕ ਜੋਤ ਹੋਏ ਆ, ਉਹਨਾਂ ਦੀ ਜੋਤ ਇੱਕ ਸੀਗੀ। ਸਾਨੂੰ ਇਹ ਗੱਲ ਭਰਮ ਕਰਨ ਦੀ ਲੋੜ ਨਹੀਂ। ਪੱਛਮੀ ਵਿਦਵਾਨਾਂ ਨੇ ਵੀ ਲਿਖਿਆ ਕਿ ਸਾਨੂੰ ਇਹ ਗੱਲ ਭਰਮ ਕਰਨ ਦੀ ਲੋੜ ਨਹੀਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਆ ਇਹ ਇਸ ਗੁਰੂ ਦੀ ਹੈ ਜਾਂ ਉਸ ਭਗਤ ਦੀ ਹੈ। ਨਾ ਸਾਨੂੰ ਉਹਦੇ ਵਿੱਚ ਕੋਈ ਫਰਕ ਹੈ। ਜਦੋਂ ਹੁਕਮਨਾਮਾ ਆਉਂਦਾ, ਚਾਹੇ ਉਹ ਕਿਸੇ ਭਗਤ ਦੀ ਬਾਣੀ 'ਚੋਂ ਆ ਜਾਏ, ਭਗਤ ਰਵਿਦਾਸ ਦੀ ਬਾਣੀ 'ਚੋਂ ਆ ਜਾਏ, ਚਾਹੇ ਉਹ ਗੁਰੂ ਨਾਨਕ ਦੀ ਬਾਣੀ 'ਚੋਂ ਆ ਜਾਏ, ਚਾਹੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ 'ਚੋਂ ਆ ਜਾਏ, ਸਾਡੇ ਲਈ ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਹੈ। ਉਹ ਮਾਨਵਤਾ ਲਈ ਉਪਦੇਸ਼ ਹੈ। ਬਾਕੀ ਜਿਹੜੇ ਸਾਡੇ ਧਾਰਮਿਕ ਗੁਰਦੁਆਰੇ ਬਣਾਏ ਗਏ, ਧਾਰਮਿਕ ਸਥਾਨ ਬਣਾਏ ਗਏ, ਉਹਨਾਂ ਦੀ ਦਿੱਖ ਵੀ ਐਸੀ ਬਣਾਈ ਗਈ ਤਾਂ ਕਿ ਮਾਨਵਤਾ ਲਈ ਸਰਬ ਸਾਂਝੀ ਹੋਵੇ। ਹਰਿਮੰਦਰ ਸਾਹਿਬ ਦੇ ਜਿਸ ਤਰ੍ਹਾਂ 4 ਦਰਵਾਜ਼ੇ ਰੱਖੇ ਗਏ, ਪਰ ਅੰਦਰ ਜਾਣ ਲਈ ਇੱਕ ਰਸਤਾ ਸਾਰਿਆਂ ਲਈ ਇੱਕੋ ਹੀ ਆ। ਅੰਦਰ ਜਾਣ ਲਈ ਸਾਰਿਆਂ ਵਾਸਤੇ, ਸਾਰੀ ਲੋਕਾਈ ਵਾਸਤੇ ਅੰਦਰ ਜਾਣ ਲਈ ਇੱਕ ਰਸਤਾ ਆ। ਹਾਂਜੀ, 4 ਦਰਵਾਜ਼ੇ 4 ਦਿਸ਼ਾਵਾਂ ਤੋਂ ਕੋਈ ਵੀ ਬੰਦਾ ਉਹਦੇ ਵਿੱਚ ਉੱਥੇ ਆ ਸਕਦਾ। ਕੋਈ ਵੀ ਗੁਰੂ ਦੇ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛਕ ਸਕਦਾ, ਸੇਵਾ ਕਰ ਸਕਦਾ। ਹਾਂਜੀ, ਇਸ ਕਰਕੇ ਮਾਨਵਤਾ ਦੀ ਜਿਹੜੀ ਸਮੁੱਚੀ ਉਦਾਹਰਨ ਜਿਹੜੀ ਆ ਉਹ ਹੋਰ ਕਿਤੇ ਨਹੀਂ ਮਿਲਦੀ। ਤੇ ਸੈਕੂਲਰਲਿਜ਼ਮ ਜਿਹਨੂੰ ਆਪਾਂ ਕਹਿੰਦੇ ਆ, ਸਮਾਜਵਾਦ ਕਹਿੰਦੇ ਆ, ਸੋਸ਼ਲਿਜ਼ਮ ਕਹਿੰਦੇ ਆ, ਇਹ ਤੋਂ ਵੱਡਾ ਸੋਸ਼ਲਿਜ਼ਮ ਹੋਰ ਕਿਤੇ ਨਜ਼ਰ ਆਉਂਦਾ। ਬਿਲਕੁਲ ਤੁਸੀਂ ਸਹੀ ਕਿਹਾ। ਇਹਦੇ ਵਿੱਚ ਗੁਰੂ ਸਾਹਿਬ ਨੇ ਇਨਕਲੂਸਿਵਨੈਸ ਜਿਹੜੀ ਹੈ ਉਹ ਸ਼ੋਅ ਕੀਤੀ। ਜਿਸ ਤਰ੍ਹਾਂ ਭਗਤਾਂ ਦਾ ਤੁਸੀਂ ਜ਼ਿਕਰ ਕੀਤਾ, ਭੱਟਾਂ ਦਾ ਜ਼ਿਕਰ ਕੀਤਾ, ਵੱਖਰੇ ਵੱਖਰੇ ਇਲਾਕਿਆਂ ਤੋਂ ਜੋ ਹੈ ਉਹਨਾਂ ਨੂੰ ਕਲਮਬੰਦ ਕੀਤਾ ਗੁਰੂ ਗ੍ਰੰਥ ਸਾਹਿਬ। ਹਾਂਜੀ। ਪਰ ਦੂਸਰੇ ਪਾਸੇ ਅੱਜ ਅਸੀਂ ਜਿਹੜੀ ਐਕਸਕਲੂਸਿਵਿਟੀ ਦੇਖ ਰਹੇ ਹਾਂ ਕਿ ਅੱਜ ਤਾਂ ਅਸੀਂ ਉਹ ਮਾਝੇ ਦੁਆਬ ਮਾਲਵੇ ਤੱਕ ਹੀ ਸੀਮਿਤ ਰਹਿ ਗਏ। ਉਸ ਤੋਂ ਬਾਅਦ ਜਾਤ ਪਾਤ ਵਿੱਚ ਲੋਕ ਪੈ ਗਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਤਾਂ ਹਰ ਇੱਕ ਕੋਈ ਜੋ ਹੈ, ਹਰ ਇੱਕ ਸਿੱਖ ਜੋ ਹੈ ਮੰਨਦਾ ਹੈ ਕਿ ਬਈ ਗੁਰੂ ਮੇਰਾ ਹੈ, ਗੁਰੂ ਗ੍ਰੰਥ ਸਾਹਿਬ। ਪਰ ਹੁਣ ਇਹ ਐਕਸਕਲੂਸਿਵਿਟੀ ਜਿਹੜੀ ਆਈ ਜਾ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ? ਕਿਉਂ ਇਹ ਸੋਚ ਆ ਗਈ? ਇਹ ਮਨੁੱਖ ਦੀ ਆਪਣੀ ਸੌੜੀ ਸੋਚ ਹੈ। ਜੇ ਹੁਣ ਮੈਂ ਪੰਜਾਬੀ ਬੋਲਦਾ ਜੀ, ਪੰਜਾਬੀ ਮੇਰੀ ਮਾਤ ਭਾਸ਼ਾ ਇਕੱਲੇ ਸਿੱਖ ਕਰਕੇ ਨਹੀਂ ਜੀ। ਪੰਜਾਬੀ ਮਾਤ ਭਾਸ਼ਾ ਉਹ ਸਿੱਖ ਧਰਮ ਦਾ ਗ੍ਰੰਥ ਇਸ ਕਰਕੇ ਲਿਖਿਆ ਗਿਆ, ਮੇਰੇ ਲਈ ਗ੍ਰੰਥ ਸਤਿਕਾਰਯੋਗ ਹੈ, ਮੇਰੀ ਮਾਤ ਭਾਸ਼ਾ। ਪਰ ਮਾਤ ਭਾਸ਼ਾ ਮੁਸਲਮਾਨ ਦੀ ਵੀ ਹੈਗੀ ਜੀ। ਲਾਹੌਰ ਵਿੱਚ, ਪਾਕਿਸਤਾਨ ਵਿੱਚ ਵੀ ਹਿੰਦੂ ਵੀ ਪੰਜਾਬੀ ਬੋਲਦਾ ਹੈ ਨਾ। ਸਾਡੀ ਇਹ ਵੱਖਰੀ ਸਾਂਝ ਆ, ਪੰਜਾਬੀ ਮਾਂ ਬੋਲੀ ਦੀ ਵੱਖਰੀ ਸਾਂਝ ਆ ਜੀ। ਔਰ ਬਾਕੀ ਕੁਝ ਸਾਡੀਆਂ ਗੱਲਾਂ ਬਾਤਾਂ, ਸਾਡੇ ਸਮਾਜ ਦੀਆਂ ਜਿਹੜੀਆਂ, ਸਾਡਾ ਪਹਿਰਾਵਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਂਝ ਹੁੰਦੀ ਆ। ਇਲਾਕੇ ਦਾ ਇੱਕ ਪ੍ਰਬੰਧ ਨੂੰ ਚੰਗਾ ਬਣਾਉਣ ਲਈ ਬਣਾਏ ਜਾਂਦੇ ਆ
ਕਹਿਣਾ ਜੀ ਆ ਜੇ ਪੁਰਾਣੇ ਰਾਜੇ ਹੁੰਦੇ ਸੀ ਉਹ ਇਲਾਕੇ ਵੰਡ ਦੇਣੇ ਉਸ ਵੇਲੇ, ਇਹ ਤਾਂ ਹੁਣ ਵੀ ਜ਼ਿਲ੍ਹੇ ਬਣੇ ਆ ਜੀ, ਜ਼ਿਲ੍ਹੇ ਬਣੇ ਆ। ਜੇ ਹੁਣ ਕਹੇ ਜੀ ਮੇਰਾ ਜ਼ਿਲ੍ਹਾ ਜਲੰਧਰ ਆ, ਤੁਹਾਡਾ ਗੁਰਦਾਸਪੁਰ ਆ, ਤਾਂ ਮੈਂ ਤਾਂ ਆਪਣੇ ਜ਼ਿਲ੍ਹੇ ਵਾਲੇ ਨੂੰ ਜ਼ਿਆਦਾ ਪ੍ਰੈਫਰੈਂਸ ਦੇਵਾਂ ਤਾਂ ਦੂਜੇ ਨੂੰ, ਉਹ ਗੱਲ ਨਹੀਂ ਬਣਦੀ ਜੀ। ਉਹ ਜਿਹੜਾ ਮਨੁੱਖ ਤਾਂ ਸਾਰੇ ਇੱਕੋ ਜਿਹੇ ਆ, ਹੈ ਨਾ। ਇੱਥੇ ਤਾਂ ਮਾਨਸ ਕੀ ਜਾਤ ਸਭਾ ਏਕ ਹੈ ਪਹਿਚਾਨ ਉਹ, ਸਾਡਾ ਤਾਂ ਸੰਦੇਸ਼ ਹੀ ਇਹ ਕਹਿੰਦਾ। ਮਾਝਾ ਮਾਲਵਾ ਦੁਆਬਾ ਦਾ ਇੱਕ ਛੋਟੀਆਂ ਗੱਲਾਂ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸਾਰੇ ਦੁਨੀਆ ਦੀਆਂ ਜਿਹੜੀਆਂ ਹੱਦਾਂ ਬੰਨੇ ਤੋੜ ਦਿੰਦੀ ਆ, ਉਹ ਤਾਂ ਇੱਕ ਆਕਾਸ਼ ਦੇ ਨਾਲ ਜੋੜਦੀ ਸਾਨੂੰ। ਬਿਲਕੁਲ। ਸੋ ਇਹ ਜਿਹੜਾ ਸਾਂਝੀਵਾਲਤਾ ਦਾ ਮੈਸੇਜ ਸੀ, ਕਿੰਨੇ ਕੁ ਅਸੀਂ ਕਾਮਯਾਬ ਹੋਏ ਇਸ ਨੂੰ ਜੀ ਅੱਗੇ ਪ੍ਰਚਾਰਨ ਦੇ ਵਿੱਚ। ਸਿੱਖਾਂ ਤੋਂ ਇਲਾਵਾ ਅਜੇ ਵੀ ਕਈ ਐਸੀਆਂ ਥਾਵਾਂ ਨੇ, ਈਵਨ ਅਮਰੀਕਾ ਦੇ ਵਿੱਚ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਪਤਾ ਨਹੀਂ ਕਿ ਸਿੱਖ ਕੌਣ ਹੈਗੇ ਨੇ। ਇਹ ਰਿਸਰਚ ਹੋਈ ਸੀ, ਇੱਕ ਸਟੱਡੀ ਵੀ ਹੋਈ, ਪੋਲ ਵੀ ਹੋਈ, ਜਿਸ ਵਿੱਚ ਇਹ ਚੀਜ਼ਾਂ ਪਤਾ ਹੀ ਨਹੀਂ ਲੱਗ ਰਹੀਆਂ। ਸੋ ਕਿਉਂ ਨਹੀਂ ਅਸੀਂ ਸਾਂਝੀਵਾਲਤਾ ਦੇ ਮੈਸੇਜ ਨੂੰ, ਜਿਸ ਨੂੰ ਕਿ ਈਵਨ ਨੋਬਲ ਲੌਰੀਏਟਸ ਨੇ ਵੀ ਕਿਹਾ ਕਿ ਦਿਸ ਇਜ਼ ਗੋਇੰਗ ਟੂ ਬੀ ਦ ਰਿਲੀਜਨ ਆਫ ਦ 21st ਸੈਂਚੁਰੀ, ਇਹ ਤੱਕ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ। ਲੇਕਿਨ ਕਿੱਥੇ ਅਸੀਂ ਫੇਲ ਹੋਏ ਤੇ ਕੀ ਕਰਨ ਦੀ ਲੋੜ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਡਾਕਟਰ ਮਨਜੀਤ ਸਿੰਘ ਰੰਧਾਵਾ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ, ਜੋ ਕਿ ਸਾਂਝੀਵਾਲਤਾ ਦਾ ਪ੍ਰਤੀਕ ਹੈ, ਜੋ ਕਿ ਸਰਬ ਵਿਆਪਕ ਹੈ, ਉਸ ਨੂੰ ਅਸੀਂ ਕਿਉਂ ਪ੍ਰਚਾਰਨ ਵਿੱਚ ਕਾਮਯਾਬ ਨਹੀਂ ਹੋ ਰਹੇ। ਈਵਨ ਬਾਹਰ ਤੱਕ ਕੀ ਇਸ ਨੂੰ ਕੀ ਦੱਸਣਾ ਅਸੀਂ ਤਾਂ ਆਪਣੀ ਕੌਮ ਦੇ ਵਿੱਚ ਹੀ ਦੁਫਾੜ ਪਾ ਰਹੇ ਹਾਂ ਤੇ ਦੱਸ ਨਹੀਂ ਸਕ ਰਹੇ ਕਿ ਅਸਲ ਵਿੱਚ ਮੈਸੇਜ ਕੀ ਹੈ। ਇਸ ਸੰਬੰਧ ਵਿੱਚ ਆਓ ਹੋਰ ਜਾਣਕਾਰੀ ਲੈਂਦੇ ਹਾਂ। ਜੀ ਡਾਕਟਰ ਸਾਹਿਬ, ਸੋ ਕੀ ਕਾਰਨ ਤੁਸੀਂ ਸਮਝਦੇ ਹੈਗੇ ਹੋ ਕਿ ਜਿਹੜਾ ਇਹ ਯੂਨੀਵਰਸਲ ਮੈਸੇਜ ਸੀ, ਇਹ ਸਿਰਫ ਸੀਮਤ ਰਹਿ ਗਿਆ ਸਿੱਖਾਂ ਤੱਕ ਹੀ, ਤੇ ਸਿੱਖਾਂ 'ਚ ਹੀ ਸੀਮਤ ਵੀ ਤੁਸੀਂ ਦੇਖ ਰਹੇ ਹੋ ਕਿ ਉਹ ਵੀ ਨਵੀਂ ਜਨਰੇਸ਼ਨ ਤੱਕ ਸ਼ਾਇਦ ਨਹੀਂ ਪਹੁੰਚ ਸਕ ਰਹੇ। ਇਹਦੇ ਵਿੱਚ ਦੋ ਗੱਲਾਂ ਜੀ। ਇੱਕ ਤਾਂ ਸਾਡੇ ਧਾਰਮਿਕ ਨੇਤਾ ਤੇ ਦੂਜੇ ਸਿਆਸੀ ਨੇਤਾ, ਦੋਨੇ ਇਨਵੋਲਵ ਹੁੰਦੇ ਆ ਜੀ। ਲੋਕੀ ਅੱਜ ਕੱਲ੍ਹ ਆਪਣੀ ਬਾਹਰਲੀ ਜਿਹੜੀ ਸ਼ੋਅ ਉਹ ਜ਼ਿਆਦਾ ਬਣਾਉਣੀ ਚਾਹੁੰਦੇ ਆ, ਇਸ ਕਰਕੇ ਉਹ ਕਿਸੇ ਧਾਰਮਿਕ ਨੇਤਾ ਦੀ ਬਜਾਏ ਕਿਸੇ ਸਿਆਸੀ ਨੇਤਾ ਨਾਲ ਹੱਥ ਮਿਲਾਉਣਾ ਜ਼ਿਆਦਾ ਪਸੰਦ ਕਰਦੇ ਵੀ ਸਾਡੀ ਬੱਲੇ ਬੱਲੇ ਹੋਵੇ। ਅੱਛਾ, ਜਿਹੜੇ ਸਿਆਸੀ ਨੇਤਾ ਆ ਉਹਨਾਂ ਦਾ ਤਾਂ ਕੰਮ ਹੁੰਦਾ ਡਿਵਾਈਡ ਐਂਡ ਰੂਲ ਜੀ। ਕੋਈ ਪਾਰਟੀ ਐਸੀ ਨਹੀਂ ਜਿਹੜੀ ਕਿ ਫੁੱਟ ਨਹੀਂ ਪਾਉਂਦੀ। ਠੀਕ, ਜੇ ਹਰਿਮੰਦਰ ਸਾਹਿਬ ਨੂੰ ਕੋਈ ਵੱਡਾ ਨੇਤਾ ਜਾ ਕੇ ਮੱਥਾ ਟੇਕਦਾ ਤਾਂ ਦੂਸਰੇ ਕਹਿੰਦੇ ਸਾਡੇ ਵੀ ਆਵੇ। ਹਾਂਜੀ, ਅੱਛਾ, ਹਾਲੇ ਕਿ ਮਾਨਵਤਾ ਦਾ ਧਰਮ ਆ, ਉਹ ਮਾਨਵਤਾ ਦਾ ਸਾਰਾ, ਦੂਜੇ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਜੀ, ਹੈ ਨਾ, ਸਾਰੇ ਜਾਣ। ਕਹਾਣੀ ਹੈ ਵੀ ਅਸੀਂ ਇੱਕ ਦੂਜੇ ਨਾਲ ਈਰਖਾ ਕਿਉਂ ਕਰਦੇ ਹਾਂ। ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰੀਏ ਜੀ, ਆਪਣੇ ਧਰਮ ਦਾ ਜਿੰਨਾ ਹੋ ਸਕੇ ਸਭ ਤੋਂ ਵੱਧ ਪ੍ਰਚਾਰ ਕਰੀਏ। ਔਰ ਦੂਜੀ ਗੱਲ ਹੈ, ਅਸੀਂ ਛੋਟੀਆਂ ਜਿਹੜੀਆਂ ਸਾਡੇ ਦਾਇਰੇ ਉਹ ਤੋਂ ਬਾਹਰ ਨਿਕਲੀਏ ਜੀ। ਜਾਤ ਪਾਤ ਦਾ ਵੀ ਜਿਹੜਾ ਇਹ ਗੱਲ ਆ, ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ, ਸਾਨੂੰ ਸਾਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਦਿੱਤਾ, ਤੇ ਪਰ ਉਹ ਅਸੀਂ ਭਾਵੇਂ ਫਰਕ ਕਰੀਏ ਜਾਂ ਨਾ ਕਰੀਏ, ਪਰ ਉਹ ਜਿਹੜੇ ਛਕਣ ਵਾਲੇ ਆ ਕਈ ਵਾਰੀ ਉਹ ਆਪ ਹੀ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਪੈਂਦੇ ਆ ਜੀ। ਹਾਂਜੀ, ਉਹ ਜਿੱਦਾਂ ਹੁਣ ਸਾਡੇ ਵਿੱਚ ਬਹੁਤ ਸਾਰੀਆਂ ਜਾਤਾਂ ਪਾਤਾਂ ਵਾਲੇ ਬੰਦੇ ਹੈਗੇ ਆ, ਪਰ ਜਦੋਂ ਅੰਮ੍ਰਿਤਧਾਰੀ ਬਣ ਜਾਂਦਾ ਉਹ ਸਿੱਖ ਬਣ ਗਿਆ, ਜਿਹਨੂੰ ਗੁਰੂ ਨਾਨਕ ਦੀ ਫਿਲਾਸਫੀ ਧਾਰਨ ਕਰ ਲਈ ਸਿੱਖ ਬਣ ਗਿਆ। ਠੀਕ, ਪਰ ਇੱਕ ਦੂਜੇ ਦੇ ਨਾਲ ਰਲਦੇ, ਉਹਨਾਂ ਦੀਆਂ ਪਰੰਪਰਾਵਾਂ ਆਪਣੀਆਂ ਥੋੜ੍ਹੀਆਂ ਵੱਖਰੀਆਂ ਹੋਣ ਕਰਕੇ ਉਹ ਜਿਹੜਾ ਪੁਰਾਣਾ ਪ੍ਰਭਾਵ ਉਹ ਜਾਂਦਾ ਨਹੀਂ। ਠੀਕ, ਨਾ ਸਾਡੇ 'ਚ ਜਾਂਦਾ ਨਾ ਉਹਨਾਂ 'ਚ ਜਾਂਦਾ ਜੀ, ਕਿਉਂਕਿ ਸਾਡਾ ਪਿਛੋਕੜ ਜਿਹੜਾ ਸੀ ਪਹਿਲਾਂ ਜਾਂ ਅਸੀਂ ਹਿੰਦੂਇਜ਼ਮ 'ਚ ਜ਼ਿਆਦਾ ਰਹੇ ਜਾਂ ਮੁਸਲਮਾਨਾਂ 'ਚ ਜ਼ਿਆਦਾ ਰਹੇ ਜੀ। ਦੋਨਾਂ ਦਾ ਪ੍ਰਭਾਵ ਕਬੂਲਿਆ ਉਹ ਪਰੰਪਰਾਵਾਂ ਸਾਡੇ ਵਿੱਚ ਜਿਹੜੀਆਂ ਸਾਰਿਆਂ 'ਤੇ ਭਾਰੂ ਹੋਈਆਂ। ਹਾਂਜੀ, ਉਸ ਤੋਂ ਬਾਅਦ ਹੁਣ ਕ੍ਰਿਸਚੈਨਿਟੀ 'ਚ ਆ ਗਏ, ਹੁਣ ਅਸੀਂ ਉੱਥੇ ਜਿਹੜੀਆਂ ਚੀਜ਼ਾਂ ਨਹੀਂ ਸੀ ਇੱਥੇ ਆ ਕੇ ਉਹ ਕਰਦੇ ਹਾਂ। ਬਹੁਤੇ ਬੰਦੇ ਜਿਹੜੇ ਉਹ ਕਹਿੰਦੇ ਰੱਖੜੀ ਨਾ ਬੰਨੋ ਜਾਂ ਆਹ ਨਾ ਕਰੋ ਉਹ ਨਾ ਕਰੋ, ਉਹ ਇੱਥੇ ਆ ਕੇ ਕੇਕ ਵੀ ਕੱਟਦੇ ਆ। ਜੇ ਕੇਕ ਕੱਟਣਾ ਕਿਹੜਾ ਸਾਡੀ ਮਰਿਆਦਾ ਸੀਗੀ, ਹੈ ਨਾ, ਉਹਦੇ ਨਾਲ ਨੁਕਸਾਨ ਤਾਂ ਕੋਈ ਨਹੀਂ ਹੁੰਦਾ ਤੁਹਾਡਾ, ਹੈ ਨਾ, ਉਹ ਵੀ ਤੁਸੀਂ ਵੰਡ ਕੇ ਹੀ ਛਕਦੇ ਆ, ਕੱਟ ਕੇ ਵੰਡ ਕੇ ਹੀ ਛਕਦੇ ਆ। ਹਾਂਜੀ, ਚਲੋ ਇਹ ਗੱਲ ਹੈਗੀ ਵੀ ਕੁਝ ਚੀਜ਼ਾਂ ਅਡੋਪਟ ਅਸੀਂ ਕਰ ਲੈਂਦੇ ਹਾਂ, ਕੋਈ ਛੱਡ ਦਿੰਦੇ ਹਾਂ ਜੀ, ਹੈ ਨਾ। ਅੱਛਾ, ਇਹ ਸਾਰਾ ਜਿਹੜਾ ਨਾ ਸਾਰੀਆਂ ਚੀਜ਼ਾਂ ਦਾ ਮਿਲਾਪ ਆ, ਇਹਦੇ ਵਿੱਚੋਂ ਹੀ ਸਾਡੀ ਜਿਹੜੀ ਗਾਂ ਅਗਲੀ ਸੋਚ ਪੈਦਾ ਹੁੰਦੀ ਹੈ ਜੀ। ਉਹਦੇ ਵਿੱਚ ਆ ਕੇ ਧਰਮ ਦੇ ਵਿੱਚ ਕਈ ੜਿੱਕੇ ਪੈਦਾ ਹੋ ਜਾਂਦੇ, ਹੈ ਨਾ। ਫਿਰ ਮਰਿਆਦਾ ਸਾਡੀ ਜਿਹੜੀ ਆਪਣੀ ਹਰੇਕ ਬੰਦਾ ਮਰਿਆਦਾ ਦੱਸਦਾ, ਠੀਕ, ਉਹ ਹਰੇਕ ਬੰਦੇ ਨੂੰ ਫਿੱਟ ਨਹੀਂ ਪੈਂਦੀ। ਇਸ ਕਰਕੇ ਉਹ ਬਹੁਤ ਸਾਰੀਆਂ ਸਾਡੀਆਂ ਧਾਰਮਿਕ ਤੌਰ ਤੇ ਸਾਡੀਆਂ ਪਾਰਟੀਆਂ ਬਣ ਜਾਂਦੀਆਂ, ਸਾਡੇ ਸੰਤ ਵੀ ਵੱਖਰੇ ਬਣ ਜਾਂਦੇ ਆ। ਹਾਂਜੀ, ਸਾਡੇ ਲੀਡਰ ਵੀ ਵੱਖਰੇ ਬਣ ਜਾਂਦੇ ਆ, ਤੇ ਸੰਤਾਂ ਦੇ ਵੀ ਲੇਵਲ ਲਾ ਲੈਂਦੇ ਆ। ਇੱਥੋਂ ਤੱਕ ਬਹੁਤ ਬੰਦੇ ਐਸੇ ਜਿਹੜੇ ਸੰਤ ਨੂੰ ਮੰਨਦਾ ਹੋਵੇ ਨਾ, ਤੁਸੀਂ ਉਹ ਸੰਤ ਦੀ ਭਾਵੇਂ ਸੱਚੀ ਗੱਲ ਕਰ ਦਿਓ, ਉਹ ਬਹੁਤ ਗੁੱਸਾ ਕਰਨਗੇ। ਉਹ ਤਾਂ ਤੁਸੀਂ ਗ੍ਰੰਥ ਸਾਹਿਬ ਨੂੰ ਮੰਨੋ, 10 ਗੁਰੂਆਂ ਨੂੰ ਮੰਨੋ, ਕੋਈ ਮਤਲਬ ਨਹੀਂ, ਤੁਹਾਡੇ ਨੰਬਰ ਕੱਟੇ ਗਏ, ਕਿਉਂਕਿ ਉਹ ਤੁਸੀਂ ਉਹ ਸੰਤ ਨੂੰ ਨਹੀਂ ਮੰਨਦੇ। ਹਾਂਜੀ, ਇਹ ਚੀਜ਼ਾਂ ਸਾਡੇ ਵਿੱਚ ਜਿੰਨਾ ਚਿਰ ਸਾਡੇ ਵਿੱਚੋਂ ਨਹੀਂ ਨਿਕਲਦੀਆਂ, ਉਨਾ ਚਿਰ ਅਸੀਂ ਮਾਝੇ ਮਾਲਵੇ ਦੁਆਬੇ ਤੋਂ ਉੱਪਰ ਨਹੀਂ ਉੱਠਦੇ। ਬਾਕੀ ਹੋਰ ਜਿਹੜੀਆਂ ਬਾਕੀ ਗੱਲਾਂ ਸਾਡੀਆਂ ਤੰਗ ਦਿਲੀ ਦੀਆਂ, ਉਹਨਾਂ ਦੇ ਉੱਪਰ ਨਹੀਂ ਉੱਠਦੇ, ਤਾਂ ਫਿਰ ਗੁਰੂ ਦਾ ਕੋਈ ਕਸੂਰ ਨਹੀਂ, ਸਾਡੀ ਆਪਣੀ ਸੋਚ ਹੈ। ਬਿਲਕੁਲ। ਸੋ ਉਸ ਵਾਸਤੇ ਅਗੇਨ ਜਿਹੜਾ ਸਾਂਝੀਵਾਲਤਾ ਦਾ ਜਿਹੜਾ ਮੈਸੇਜ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਈਵਨ ਪ੍ਰੋਮੀਨੈਂਟ ਹਿਸਟੋਰੀਅਨਸ ਜਿਹੜੇ ਨੇ ਮੇਨ ਸਟਰੀਮ ਤੋਂ, ਉਹਨਾਂ ਨੇ
ਅਧਿਐਨ ਕੀਤਾ ਇਸ ਗ੍ਰੰਥ ਦਾ ਤੇ ਉਸ ਤੋਂ ਬਾਅਦ ਇਹੀ ਕਿਹਾ ਕਿ 21ਵੀਂ ਸਦੀ ਦੇ ਵਿੱਚ ਜੇਕਰ ਸ਼ਾਂਤੀ ਲਿਆਣੀ ਤਾਂ ਇਹ ਗ੍ਰੰਥ ਜੋ ਹੈ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਇਹ ਸ਼ਾਂਤੀ ਲਿਆ ਸਕਦਾ ਹੈ। ਸੋ ਉਹ ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਅੱਜ ਸਮੇਂ ਦੀ ਨਜ਼ਾਕਤ ਵੇਖਦੇ ਹੋਏ ਜੋ ਚੇਂਜਸ ਆ ਰਹੇ ਨੇ ਸਾਡੀ ਸੋਚ ਵਿੱਚ, ਜੋ ਸਾਡੇ ਸਿਸਟਮ ਬਣਾਇਆ ਹੋਇਆ ਸੀ ਗੁਰਦੁਆਰਿਆਂ ਦਾ, ਜਿੱਥੇ ਜੋ ਕੁਝ ਚੱਲ ਰਿਹਾ ਹੈ, ਜਾਂ ਹੋਰ ਅਸੀਂ ਸੋਸ਼ਲ ਆਰਗੇਨਾਈਜੇਸ਼ਨ, ਰਿਲੀਜੀਅਸ ਆਰਗੇਨਾਈਜੇਸ਼ਨਸ ਬਣਾਈਆਂ ਹੋਈਆਂ ਨੇ, ਉਹਦੇ ਵਿੱਚ ਹੁਣ ਕੀ ਤੁਸੀਂ ਸਮਝਦੇ ਹੋ ਕਿ ਕਰਨ ਦੀ ਲੋੜ ਹੈ ਜਿਸ ਨਾਲ ਕਿ ਐਟਲੀਸਟ ਇਹ ਮੈਸੇਜ ਸਹੀ ਤਰੀਕੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਤੇ ਨਾਲ ਮੇਨ ਸਟ੍ਰੀਮ ਨੂੰ ਵੀ ਦੇ ਸਕੀਏ? ਇਹਦੇ ਵਿੱਚ ਇੱਕ ਗੁਰਦੁਆਰਿਆਂ ਦਾ ਬਹੁਤ ਵੱਡਾ ਰੋਲ ਹੋ ਸਕਦਾ ਜੀ, ਪਰ ਜੇ ਅਸੀਂ ਜਿੰਨਾ ਖਰਚਾ ਅਸੀਂ ਬਾਕੀ ਚੀਜ਼ਾਂ ਤੇ ਕਰਦੇ ਹਾਂ, ਜਿੰਨਾ ਚੀਜ਼ਾਂ ਅਸੀਂ ਆਤਿਸ਼ਬਾਜ਼ੀਆਂ ਤੇ ਖਰਚ ਕਰਦੇ ਹਾਂ ਜੀ, ਜਿੰਨਾ ਅਸੀਂ ਖਰਚਾ ਬਾਕੀ ਹੋਰ ਬਹੁਤ ਸਾਰੇ ਦਿਖਾਵੇ ਲਈ ਵੀ ਕਰਦੇ ਹਾਂ, ਤੇ ਉਹਦੀ ਬਜਾਏ ਅਸੀਂ ਸਾਰਾ ਪੈਸਾ ਜਿਹੜਾ ਇੱਧਰ ਨੂੰ ਜ਼ਿਆਦਾ ਲਾਈਏ ਜੀ, ਜਿੱਥੇ ਗੁਰਦੁਆਰਾ ਉੱਥੇ ਬਣਾਓ ਜਿੱਥੇ ਗੁਰਦੁਆਰੇ ਦੀ ਲੋੜ ਹੈ। ਠੀਕ, ਇਹ ਨਹੀਂ ਵੀ ਇੱਕ ਗੁਰਦੁਆਰਾ ਇੱਥੇ ਬਣ ਗਿਆ, ਦੂਜਾ ਅਗਲੀ ਸਟਰੀਟ ਤੇ ਬਣ ਗਿਆ, ਤੀਜਾ ਉੱਥੇ ਬਣ ਗਿਆ। ਉਹ 3-4 ਗੁਰਦੁਆਰੇ ਇਕੱਠੇ ਹੋ ਗਏ, ਜੇ ਅਸੀਂ ਉਹਦੇ ਬੈਟਰ ਸੀ ਇੱਕ ਬਹੁਤ ਵਧੀਆ ਸਕੂਲ ਖੋਲ੍ਹ ਤੇ ਜਿਹੜਾ ਖੁੱਲ੍ਹਾ ਜਾਂ ਅਸੀਂ ਉਹਨੂੰ ਮਦਦ ਕਰ ਦਿੰਦੇ ਜੀ, ਹੈ ਨਾ। ਤੇ ਜਿਹੜਾ ਜਿੱਥੇ ਮੈਂ ਕਹਿੰਦਾ ਇੰਡੀਆ ਵਿੱਚ ਵੀ ਜਿੰਨੇ ਸਾਡੇ ਗੁਰਦੁਆਰੇ ਆ, ਹਰੇਕ ਗੁਰਦੁਆਰੇ ਦੇ ਨਾਲ ਇੱਕ ਛੋਟਾ ਸਕੂਲ ਹੋਵੇ ਜੀ, ਜਿੱਥੋਂ ਆਉਣ ਵਾਲੀ ਪਨੀਰੀ ਨੂੰ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਪਤਾ ਲੱਗੇ, ਤਾਂ ਬਹੁਤ ਕੁਝ ਹੋ ਸਕਦਾ ਸੀ। ਤੇ ਇਹ ਚੀਜ਼ਾਂ ਦੀ ਸਾਡੇ 'ਚ ਘਾਟ ਰਹਿਣ ਕਰਕੇ, ਰਾਈਟ, ਸਾਡੀ ਕਮਿਊਨੀਕੇਸ਼ਨ ਦੂਜਿਆਂ ਨਾਲ ਘੱਟ ਕਰਕੇ ਜੀ, ਅਸੀਂ ਗੱਲ ਜਦੋਂ ਕਰਦੇ ਵੀ ਹਾਂ ਤਾਂ ਪਹਿਲੀ ਗੱਲ ਜੇ ਕੋਈ ਸਾਨੂੰ ਸਵਾਲ ਪੁੱਛਦਾ ਤਾਂ ਸਾਡੇ ਕੋਲ ਉਹਦਾ ਆਪਣੇ ਕੋਲ ਜੀ ਆਨਸਰ ਨਹੀਂ ਹੁੰਦਾ। ਠੀਕ, ਮੈਂ ਤੁਹਾਨੂੰ ਦੱਸਦਾ ਕਿ ਮੈਂ ਇੰਗਲੈਂਡ ਸੀਗਾ, ਇੱਕ ਵਾਰੀ ਉੱਥੇ ਸਕੂਲ ਗਰੁੱਪ ਆਇਆ, ਬੱਚਿਆਂ ਦੇ ਗਰੁੱਪ ਸਕੂਲੇ ਲੈ ਕੇ ਆਏ ਗੁਰਦੁਆਰਾ ਦਿਖਾਉਣ ਲਈ, ਗੋਰੇ ਵੀ ਸੀਗੇ, ਆਪਣੇ ਬੱਚੇ ਵੀ ਸੀਗੇ ਜੀ, ਤੇ ਟੀਚਰ ਨੂੰ ਨਹੀਂ ਪੁੱਛਿਆ ਵੀ ਜਿਹੜੀ ਆਪਣੇ ਚੌਰ ਸਾਹਿਬ ਹੈ ਇਹ ਕਾਹਦੇ ਲਈ ਵਰਤੀ ਜਾਂਦੀ ਹੈ। ਉਹਦਾ ਜਵਾਬ ਸੀਗਾ ਜੀ ਇਹ ਮੱਖੀਆਂ ਉਡਾਉਣ ਲਈ ਵਰਤੀ ਜਾਂਦੀ ਹੈ। ਹਾਂਜੀ, ਰਾਈਟ, ਅੱਛਾ ਜੇ ਹੁਣ ਅਸੀਂ ਇੱਥੇ ਬੈਠੇ ਹਾਂ ਠੀਕ, ਤਾਂ ਫਿਰ ਦੱਸੋ ਹੁਣ ਬੱਚੇ ਨੂੰ ਅਸੀਂ ਕਿੱਦਾਂ ਸੈਟੀਸਫਾਈ ਕਰਾਂਗੇ? ਰਾਈਟ, ਸਾਡੇ ਕੋਲ ਪਹਿਲਾਂ ਉਹਦਾ ਆਪਣਾ ਜਵਾਬ ਹੋਣਾ ਚਾਹੀਦਾ ਜੀ, ਹੈ ਨਾ। ਤੇ ਜਾਂ ਅਸੀਂ ਜਵਾਬ ਦਈਏ ਵੀ ਜਿਹੜੇ ਪੁਰਾਣੇ ਬਾਦਸ਼ਾਹ ਸੀਗੇ, ਵੱਡੇ ਤੋਂ ਵੱਡੇ ਬਾਦਸ਼ਾਹ ਹੋਏ, ਉਹਨਾਂ ਦੇ ਉੱਤੇ ਚੌਰ ਝੁੱਲਦਾ ਸੀਗਾ, ਠੀਕ, ਸਾਡੇ ਲਈ ਇਹ ਤੋਂ ਵੱਡਾ ਬਾਦਸ਼ਾਹ ਹੋਰ ਕੋਈ ਨਹੀਂ। ਬਿਲਕੁਲ, ਲਿਵਿੰਗ ਗੁਰੂ ਜਿਸ ਨੂੰ ਅਸੀਂ ਮੰਨਦੇ, ਸ਼ਬਦ ਗੁਰੂ ਨੂੰ ਅਸੀਂ ਮੰਨਦੇ ਹਾਂ, ਸਾਈਨ ਆਫ ਰਿਸਪੈਕਟ ਕਹਿ ਲਓ, ਠੀਕ, ਹੈ ਨਾ। ਅੱਛਾ ਤਾਂ ਬੱਚਾ ਮੰਨਦਾ ਵੀ ਆ, ਹੈ ਨਾ। ਤੇ ਹੁਣ ਬੱਚਾ ਤੇ ਵੀ ਪੁੱਛੂਗਾ ਵੀ ਇੱਥੇ ਤਾਂ ਮੱਖੀਆਂ ਹੁੰਦੀਆਂ ਹੀ ਨਹੀਂ ਗੀਆਂ, ਰਾਈਟ, ਤੇ ਇੱਥੇ ਕਿਉਂ ਤੁਸੀਂ ਰੱਖਦੇ ਹੋ? ਰਾਈਟ, ਬਿਲਕੁਲ। ਤੇ ਇਸ ਤਰ੍ਹਾਂ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਸਾਡੇ ਵਿੱਚ ਨਾ, ਸਾਡੀ ਆਪਣੀ ਕਮਜ਼ੋਰੀ ਕਹਿ ਲਓ, ਸਾਡੇ ਧਾਰਮਿਕ ਨੇਤਾਵਾਂ ਦਾ, ਸਿਆਸੀ ਨੇਤਾਵਾਂ ਦਾ ਤਾਲਮੇਲ ਘੱਟ ਆ। ਰਾਈਟ, ਕਹਿੰਦੇ ਅਸੀਂ ਧਰਮ ਤੇ ਜਿਹੜੀ ਸਿਆਸਤ ਇਕੱਠੇ ਆ, ਲੇਕਿਨ ਉਹ ਉਸ ਦੇ ਉੱਤੇ ਸਿਆਸਤ ਜੋ ਹੈ ਜ਼ਿਆਦਾ ਭਾਰੂ ਹੋਈ ਹੈ। ਇੰਟਰਪ੍ਰੀਟੇਸ਼ਨ ਦੀ ਜਦੋਂ ਗੱਲ ਕਰਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੇ ਵਿੱਚ ਸਾਹਮਣੇ ਆਈ ਕਿ ਸਾਂਝੀਵਾਲਤਾ ਦਾ ਮੈਸੇਜ ਹੈਗਾ, ਪਰ ਇਸ ਨੂੰ ਇੰਟਰਪ੍ਰੀਟ ਜੋ ਕੀਤਾ ਜਾ ਰਿਹਾ ਉਹ ਵੀ ਆਪਣੇ ਆਪਣੇ ਨਜ਼ਰੀਏ ਨਾਲ, ਆਪਣੇ ਆਪਣੇ ਵੱਖਰੇ ਤਰੀਕੇ ਨਾਲ ਕੀਤਾ ਜਾ ਰਿਹਾ। ਹਾਂਜੀ, ਸੋ ਕੀ ਤੁਸੀਂ ਇਹ ਨਹੀਂ ਸਮਝਦੇ ਹੈਗੇ ਕਿ ਇੱਕ ਕੇਂਦਰਤ ਜੋ ਹੈ ਸੰਸਥਾ, ਨੋ ਡਾਊਟ ਅਕਾਲ ਤਖਤ ਸਾਡੀ ਸੰਸਥਾ, ਪਰ ਉਸ ਤੇ ਵੀ ਤੁਹਾਨੂੰ ਪਤਾ ਹੈ ਕਿੰਤੂ ਪਰੰਤੂ ਅੱਜ ਕੱਲ੍ਹ ਕਾਫੀ ਚੱਲ ਰਿਹਾ ਹੈਗਾ, ਚੱਲਦਾ ਰਿਹਾ ਪਿਛਲੇ ਕੁਝ ਸਾਲਾਂ ਤੋਂ ਵਿਵਾਦ ਛਟ ਰਹੇ ਨੇ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਜਿੱਥੇ ਅਸੀਂ ਸਾਂਝੀਵਾਲਤਾ ਦੀ ਗੱਲ ਕਰ ਰਹੇ ਹੈਗੇ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਜਿਹੜਾ ਯੂਨੀਵਰਸਲ ਕਹਿ ਰਹੇ ਹਾਂ, ਪਰ ਅਗੇਨ ਉਸ ਦੀ ਪ੍ਰੈਕਟੀਕਲ ਇੰਪਲੀਕੇਸ਼ਨਸ ਕੀ ਨੇ, ਕਿਸ ਤਰੀਕੇ ਨਾਲ ਉਹ ਜੋ ਕੁਝ ਲਿਖਿਆ ਗਿਆ ਹੈ ਉਸ ਦਾ ਸਹੀ ਅਨੁਵਾਦ ਹੋ ਕੇ ਪਤਾ ਚੱਲ ਕੇ ਉਸ ਨੂੰ ਅੱਗੇ ਅਸੀਂ ਆਪਣੇ ਜੀਵਨ ਵਿੱਚ ਵੀ ਲਾਗੂ ਕਰ ਸਕਣਾ, ਇਸ ਬਾਰੇ ਜ਼ਰੂਰ ਦੱਸੋ। ਦੇਖੋ ਪਹਿਲੀ ਗੱਲ ਹੈ ਕਿ ਜਿਹੜੇ ਅੱਜ ਕੱਲ੍ਹ ਜਿੰਨੇ ਟੀਕੇ ਲਿਖੇ ਗਏ ਆ, ਹਰੇਕ ਨੇ ਆਪਣੇ ਆਪਣੇ ਮਤ ਜਿਹੜੇ ਮਤ ਦਾ ਉੱਤੇ ਪ੍ਰਭਾਵ ਸੀ ਜੀ, ਉਹਨੂੰ ਉਹਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ। ਠੀਕ, ਜੇ ਕਿਸੇ ਨੇ ਹਿੰਦੂਇਜ਼ਮ ਦਾ ਜ਼ਿਆਦਾ ਪ੍ਰਭਾਵ ਆ, ਹੁਣ ਹਰੇਕ ਗੱਲ ਨੂੰ ਉਹ ਦੇਵੀ ਦੇਵਤਿਆਂ ਵਾਂਗੂ ਜਾਂ ਹੋਰ ਚੀਜ਼ਾਂ ਵਾਂਗੂ, ਅਸੀਂ ਕਿਸੇ ਦੇ ਧਰਮ ਦਾ ਨਹੀਂ ਕੋਈ ਵੀ ਸਤਿਕਾਰ ਕਰਦੇ ਹਾਂ ਜੀ, ਪਰ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਜਿਹੜੀ ਇਹ ਬਹੁਤ ਨਿਖਾਰ ਕੇ ਇਹਨੂੰ ਲਿਖਣਾ ਪਊਗਾ ਜੀ, ਹੈ ਨਾ। ਇਹਦੇ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਅਰਥ ਕਰਦੇ ਹਾਂ, ਉਹਦੇ ਵਿੱਚ ਸਿਰਫ ਅਕਾਲ ਪੁਰਖ ਨੂੰ ਹੀ ਮੁੱਖ ਰੱਖਿਆ ਜਾਵੇ, ਠੀਕ, ਨਾ ਕਿ ਕਿਸੇ ਹੋਰ ਦੇਹਧਾਰੀ ਗੁਰੂ ਨੂੰ ਮੁੱਖ ਰੱਖਿਆ ਜਾਵੇ ਜੀ। ਹੁਣ ਜੇ ਸੰਤ ਜਾਂ ਗੁਰੂ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਉੱਥੇ ਹੁਣ ਆਮ ਬੰਦੇ ਟਪਲਾ ਖਾ ਜਾਂਦੇ ਵੀ ਜਿਹੜਾ ਸੰਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦਾ, ਸਾਡੇ ਲਈ ਇਹੀ ਗੁਰੂ ਆ, ਰਾਈਟ, ਤੁਸੀਂ ਉਹਦਾ ਸਤਿਕਾਰ ਕਰੋ ਐਜ਼ ਏ ਟੀਚਰ, ਪਰ ਗੁਰੂ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਤਾਂ ਅਕਾਲ ਪੁਰਖ ਹੈ, ਬਿਲਕੁਲ, ਹੈ ਨਾ। ਜਦੋਂ ਅਸੀਂ ਇੱਕ ਬੰਦੇ ਨਾਲ ਜੁੜ ਜਾਂਦੇ ਹਾਂ ਜੀ, ਉਸ ਵੇਲੇ ਅਸੀਂ ਆਪ ਹੀ ਟਪਲਾ ਖਾ ਜਾਂਦੇ ਹਾਂ, ਤੇ ਉਸ ਵੇਲੇ ਅਸੀਂ ਗਾਂਹ ਫਿਰ ਵੱਧ ਨਹੀਂ ਸਕਦੇ। ਸਾਨੂੰ ਇਹਦੇ ਫਿਰ ਕੋਈ ਸਵਾਲ ਪੁੱਛ ਲਵੇ, ਫਿਰ ਉਹਨਾਂ ਕੋਲ ਜਵਾਬ ਵੀ ਕੋਈ ਨਹੀਂ ਹੁੰਦਾ, ਰਾਈਟ, ਹੈ ਨਾ। ਉਹ ਲੱਖ ਕਹੀ ਜਾਣ ਜੀ ਅਸੀਂ ਗੁਰੂ ਮੰਨਦੇ, ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਉਹ ਅਸਲੀ ਗੁਰੂ ਤਾਂ ਇੱਕ ਸੰਤ ਨੂੰ ਹੀ ਮੰਨੀ ਜਾਂਦੇ ਆ। ਹਾਂਜੀ, ਜਾਂ ਸਿਰਫ ਕਹਿਣ ਤੱਕ ਹੀ ਸੀਮਿਤ ਰਹਿ ਜਾਂਦੇ ਜੀ ਸਾਡਾ ਗੁਰੂ ਗ੍ਰੰਥ ਸਾਹਿਬ, ਰਾਈਟ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਮੱਥਾ ਟੇਕਣ ਨਾਲ ਨਹੀਂ ਮੰਨ ਹੋਣਾ। ਸੀਸ ਨਵਾਈਏ ਕਿਆ ਥੀਏ ਜਾਂ ਹਿਰਦੇ ਕਿਸੁੱਧ ਜਾਏ ਜੀ, ਹੈ ਨਾ। ਤੇ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਸਾਡੀ ਜਿਹੜੇ ਬਾਹਰਲੇ ਕਰਮ ਕਾਂਡ ਆ ਉਹਨਾਂ ਤੋਂ ਉੱਪਰ ਉੱਠ ਕੇ ਠੀਕ ਸਿੱਧੇ ਗੁਰੂ ਨਾਲ ਜੁੜੀਏ, ਗੁਰੂ ਨਾਲ ਜੁੜ ਕੇ ਅਸੀਂ ਗੁਰੂ ਦੀ ਗੱਲ ਕਰੀਏ, ਠੀਕ, ਤੇ ਗੁਰੂ ਨਾਲ ਲੋਕਾਂ ਨੂੰ ਜੋੜੀਏ,
ਤੇ ਗੁਰੂ ਦੀ ਜਦੋਂ ਅਸੀਂ ਪਰਿਭਾਸ਼ਾ ਦੱਸਾਂਗੇ ਜੀ ਉਸ ਵੇਲੇ ਫਿਰ ਜਿਹੜੇ ਆ ਬਾਕੀ ਜਿਹੜੇ ਲਾ ਕੇ ਪੀੜੇ ਲਾ ਕੇ ਬੈਠੇ ਸੀਗੇ ਉਸ ਵੇਲੇ ਮੰਜੀਆਂ ਢਾਹ ਕੇ ਬੈਠੇ ਸੀਗੇ ਜਿਹੜੇ ਅੱਜ ਵੀ ਹੈਗੇ ਆ ਜੀ ਉਹ ਆਪਣੇ ਆਪ ਹੀ ਉਹ ਪਿੱਛੇ ਹਟ ਜਾਣੇ ਆ। ਉਹ ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਦੇ ਅਰਥ ਆਪਣੇ ਮੁਤਾਬਕ ਨਾ ਕੱਢਣ, ਜੀ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨੂੰ ਮੋਹਰੇ ਰੱਖਣ। ਉਹ ਇਸ ਕਰ ਤਾਂ ਹੀ ਸਾਡਾ ਪ੍ਰਚਾਰ ਜਿਹੜਾ ਵਧੀਆ ਹੋ ਸਕਦਾ। Right. ਤੇ ਦੂਜੇ ਮਜ਼੍ਹਬਾਂ ਦੇ ਜਿਹੜੇ ਲੋਕ ਆਉਂਦੇ ਆ ਉਹਨਾਂ ਦਾ ਸਤਿਕਾਰ ਕਰਨ, ਉਹਨਾਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰਨ। ਬਿਲਕੁਲ ਇਹ ਨਹੀਂ ਵੀ ਕਿਸੇ ਦਾ ਮਨ ਦਿਖਾਓ ਤੁਸੀਂ, ਹਨਾ ਵੀ ਜੇ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਦੂਜਿਆਂ ਦਾ ਮਨ ਦਿਖਾਈ ਜਾਓ। ਐਬਸੋਲੂਟਲੀ ਆਪਣੇ ਅਸੀਂ ਗੱਲ ਕਹਿ ਸਕਦੇ ਹਾਂ ਪੂਰੀ, ਅਸੀਂ ਜਦੋਂ ਸਟੱਡੀ ਕਰਦੇ ਹਾਂ ਉਹਦੇ ਮੁਤਾਬਕ ਆਪਣੇ ਧਰਮ ਦੀ ਗੱਲ ਕਹਿਣ ਦਾ ਹਰੇਕ ਨੂੰ ਹੱਕ ਹੈ। ਬਿਲਕੁਲ ਜੀ ਪਰ ਦੂਜੇ ਨੂੰ ਕੰਡੈਮ ਇਦਾਂ ਨਾ ਕਰੋ ਵੀ ਉਹਨੂੰ ਜ਼ੀਰੋ ਨਾ ਬਣਾਓ। ਉਹਦੀ ਆਪਣੀ ਪਰੰਪਰਾ ਆ। ਬਿਲਕੁਲ ਜੀ, ਹਰ ਇੱਕ ਦੀ ਆਪਣੀ ਆਪਣੀ ਪਰੰਪਰਾ ਹੈ, ਹਰ ਇੱਕ ਦਾ ਆਪਣਾ ਆਪਣੀ ਇੱਕ ਸੋਚ ਹੈਗਾ, ਜੀਵਨ ਜਾਚ ਹੈਗੀ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਸਾਂਝੀ ਵਾਲਤਾ ਦੀ, ਇਸ ਦੇ ਅਧਿਐਨ ਤੋਂ ਹੋਰ ਕਿਹੜੇ ਮੇਜਰ ਜਿਹੜੇ ਫੰਡਾਮੈਂਟਲਸ ਨੇ ਉਹ ਸਾਹਮਣੇ ਆਉਂਦੇ ਨੇ ਜੀ? ਦੇਖੋ ਪਹਿਲੀ ਗੱਲ ਤੇ ਇਹ ਹੈ, ਹੁਣ ਜਿੱਦਾਂ ਜਿਸ ਤਰ੍ਹਾਂ ਆਪਾਂ ਗੁਰਦੁਆਰੇ ਆ, ਗੁਰੂ ਕਾ ਲੰਗਰ ਆ, ਹਨਾ, ਤੇ ਜਾਂ ਸਾਡੇ ਧਾਰਮਿਕ ਦਾਇਰੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ ਕਿਸੇ ਤੇ ਕੋਈ ਪਾਬੰਦੀ ਹੈ ਵੀ ਕੋਈ ਉੱਥੇ ਨਹੀਂ ਜਾ ਸਕਦਾ? ਕੋਈ ਪੁੱਛ ਵੀ ਨਹੀਂ ਸਕਦਾ। ਉੱਥੇ ਜੇ ਕੋਈ ਜੋੜਿਆਂ ਦੀ ਸੇਵਾ ਕਰਦਾ ਤਾਂ ਉਹ ਇਹ ਨਹੀਂ ਦੇਖਦਾ ਵੀ ਜੋੜਾ ਕਿਹਦਾ ਆ ਜੀ, ਹਨਾ, ਉਹ ਸਾਰੀ ਸੰਗਤ ਦਾ ਜੋੜਾ ਹੈ। ਬਿਲਕੁਲ, ਚਾਹੇ ਕੋਈ ਆ, ਇੱਥੇ ਬੋਧੀ ਆਵੇ, ਇੱਥੇ ਸਰੇਵੜੇ ਆਉਣ, ਇੱਥੇ ਹਿੰਦੂ ਆਵੇ, ਕੋਈ ਆਵੇ ਤੇ ਮੁਸਲਮਾਨ ਆਵੇ, ਕਿਸੇ ਧਰਮ ਦਾ ਬੰਦਾ ਦੁਨੀਆ ਤੋਂ, ਕੋਈ ਕ੍ਰਿਸਚੈਨਿਟੀ ਦਾ ਬੰਦਾ ਆਵੇ, ਉਹਨੂੰ ਜੀ ਆਇਆਂ। ਉਹ ਲੰਗਰ ਵਿੱਚ ਬੈਠ ਕੇ ਬਰਾਬਰ ਪ੍ਰਸ਼ਾਦਾ ਛਕਦਾ। ਔਰ ਇਹ ਜਿਹੜੀ ਬਹੁਤ ਵੱਡੀ ਚੀਜ਼ ਆ ਜਿਹੜੀ ਗੁਰੂ ਸਾਹਿਬ ਦੀ ਦੇਣ ਆ, ਔਰ ਅਸੀਂ ਵੀ ਇਹਨੂੰ ਦਿਲੋਂ ਸਿੱਖ ਕਰ ਰਹੇ ਆ। ਬਹੁਤ ਵੱਡੀ ਦੁਨੀਆ ਇਸ ਚੀਜ਼ ਨੂੰ ਮੰਨਦੀ ਵੀ ਆ। ਔਰ ਖੂਨਦਾਨ ਜਿਹੜਾ ਹੁਣ ਇਸ ਵੇਲੇ ਸਿੱਖ ਕੌਮ ਕਰ ਰਹੀ ਆ, ਇਹ ਵੀ ਬਹੁਤ ਵੱਡਾ ਉਪਰਾਲਾ ਆ। ਤੇ ਇਦਾਂ ਦੇ ਸ਼ੁਭ ਉਪਰਾਲੇ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨਾ ਚਾਹੀਦਾ, ਔਰ ਉਹਨਾਂ ਦੀ ਹੱਲਾਸ਼ੇਰੀ ਹੋਰ ਵਧਾਉਣੀ ਚਾਹੀਦੀ ਆ। ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜੇ ਸਾਨੂੰ ਅਸੀਂ ਮਾਇਆ ਵੀ ਖਰਚਣੀ, ਮਾਇਆ ਦਾਨ ਕਰਨੀ ਆ। ਇਹ ਨਹੀਂ ਵੀ ਅਸੀਂ ਜਿੱਥੇ ਮਾਇਆ ਅਸੀਂ ਹੋਰ ਗੁਰਦੁਆਰਿਆਂ ਦੇ ਵਿੱਚ ਜਾਂ ਅਸੀਂ ਜ਼ਿਆਦਾ ਕਈ ਵਾਰੀ ਅਸੀਂ ਕਹਿੰਦੇ ਵੀ ਅਸੀਂ ਤਾਂ ਜੀ ਲੰਗਰ ਹੀ ਲਾਉਣਾ, ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ, ਲੰਗਰ ਚੱਲੀ ਜਾਂਦੇ ਆ ਜੀ, ਠੀਕ ਹੈ ਨਾ। ਜਾਂ ਅਸੀਂ ਕੜਾਹ ਪ੍ਰਸ਼ਾਦ ਲਈ ਪੈਸੇ ਦੇਣੇ ਆ ਜਾਂ ਬਿਲਡਿੰਗ ਫੰਡ ਲਈ ਦੇਣੇ ਆ ਜੀ। ਜੇ ਕੋਈ ਗਰੀਬ ਭੁੱਖਾ ਮਰਦਾ ਉਹਨੂੰ ਦੇ ਦਿਓ, ਕਿਸੇ ਦੀ ਹੈਲਪ ਕਰਾਂਗੇ, ਹਨਾ। ਤੇ ਇਸ ਕਰਕੇ ਸਾਡੇ ਜਿਹੜੀਆਂ ਚੀਜ਼ਾਂ ਅਸੀਂ ਪ੍ਰੈਕਟੀਕਲੀ ਖੁਦ ਕਰਨ ਲੱਗ ਪਏ ਨਾ, ਤਾਂ ਫਿਰ ਸਮਝ ਲਓ ਸਿੱਖ ਧਰਮ ਜਿਹੜਾ ਬਹੁਤ ਪ੍ਰਫੁੱਲਤ ਹੋ ਸਕਦਾ। ਹਾਂਜੀ, ਐਂਡ ਇਸ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੋ ਅੱਜ ਐਕਸਕਲੂਸਿਵਿਟੀ ਖਤਮ ਕਰਕੇ ਅਸੀਂ ਹਰ ਚੀਜ਼ ਜੋ ਹੈ ਐਕਸਕਲੂਸਿਵ ਕਰੀ ਜਾ ਰਹੇ ਹਾਂ, ਯਾਨੀ ਕਿ ਅਲੱਗ ਹਰ ਕਿਸੇ ਨੂੰ ਦੂਰ ਕਰੀ ਜਾ ਰਹੇ ਹੈਗੇ ਆ। ਜੇਕਰ ਇਹੀ ਸਮੱਸਿਆ ਚੱਲਦੀ ਰਹੀ ਤੇ ਆਉਣ ਵਾਲੇ ਸਮੇਂ 'ਚ ਤਾਂ ਹੋਰ ਬਹੁਤ ਸਾਰੇ ਇਸ਼ੂਜ਼ ਆਉਣਗੇ, ਚੈਲੰਜਸ ਆਉਣਗੇ। ਤੇ ਜਿਸ ਤਰ੍ਹਾਂ ਤੁਸੀਂ ਜੋ ਗੱਲਬਾਤ ਕੀਤੀ ਹੈਗੀ ਕਿ ਇਸ ਨੂੰ ਪਹਿਲਾਂ ਤਾਂ ਆਪ ਸਮਝ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੈਸੇਜ ਹੈਗਾ ਉਸ ਨੂੰ ਅਸੀਂ ਅਪਣਾ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਜਿਹੜੀ ਅਸੀਂ ਨਫ਼ਰਤਾਂ ਕਰਦੇ ਹਾਂ, ਜਿਹੜਾ ਅਸੀਂ ਹੋਰ ਇੱਧਰ ਉੱਧਰ ਨਜ਼ਰ ਮਾਰਦੇ ਹੈਗੇ ਆ, ਜੇਕਰ ਇਸ ਚੀਜ਼ ਤੋਂ ਬਚਾਂਗੇ ਤਾਂ ਆਟੋਮੈਟਿਕਲੀ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਵਾਕਿਆ ਵਿੱਚ ਹੀ ਇਹ ਸਰਵ ਵਿਆਪਕ ਹੋਏਗਾ ਤੇ ਸਾਂਝੀ ਵਾਲਤਾ ਦਾ ਇਹ ਪ੍ਰਤੀਕ ਹੋਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਲਈ 604 603 75 55 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com। ਨਾਲ ਹੀ ਇਹ ਪ੍ਰੋਗਰਾਮਸ ਤੁਸੀਂ youtube.com/harpreetsingh ਤੇ ਵੀ ਜਾ ਕੇ ਦੇਖ ਸਕਦੇ ਹੋ। ਸਾਡੇ ਨਾਲ ਸੋਸ਼ਲ ਮੀਡੀਆ ਤੇ ਵੀ ਸੰਪਰਕ ਬਣਾ ਸਕਦੇ ਹੋ। ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਵੀ ਹਰਪ੍ਰੀਤ ਸਿੰਘ ਸ਼ੋ ਟਾਈਪ ਕਰੋ ਤੇ ਸਾਡੇ ਨਾਲ ਤੁਸੀਂ ਫਰੈਂਡਸ਼ਿਪ ਕਰ ਸਕਦੇ ਹੋ। ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਗੁੱਡ ਬਾਏ।